तेते अवगुण हमारे। दया करो किछ मेहर पावो, डुबदे पत्थर तारे। जीड़ा गन बराबर तपे, भीतर वगे काती। प्रणवत नानक हुक्म पछाणे, सुख होवे दिन राती। जीड़ा गन बराबर तपे, भीतर वगे काती। प्रणवत नानक हुक्म पछाणे, सुख होवे दिन राती। जुगो जुग अटल चावर छत्र तख दे मालिक, हाजरा हजूर ज़ारा ज़हूर। शब्द गुरु धन श्री गुरु ग्रंथ साहिब सच्चे पातशाह महाराज जी दी पावन पवित्र निगी गोद अंदर जुड़ बैठे सतसंगी जनों, वड्डियां भागां वाले हो। अमृत वेले दे पावन दरबार दियां हाज़रियां भर के सतगुर महाराज जी दी पावन बाणी नाल जुड़ के जीवन सफला कर रहे हो। आप जियां ने रब्बी बाणी दा कीर्तन सरवण कीता है। समा है गुरमत विचारां दा। अज बाबा फरीद साहब जी दी पावन बाणी दे विचों सलोक नंबर 51 और सलोक नंबर 52, दो सलोकां दी विचार है साध संगत जी। आओ सारे रल के इन्हां पावन सलोकां अंदर बाबा फरीद साहब की रहमत करते ने पहला सरवण करिए, फिर विचारांगे इस पावन बचनां नूं जी। सतनाम वाहिगुरु जी। फरीदा रती रत ना निकले, जे तन चिरै कोए। जो तन रते रब स्यों, तित तन रत न होए। महला तीजा। एह तन सबो रत है, रत बिन तन न होए। जो शह रते अपने, तित तन लोभ रत न होए। भै पिए तन खीण होए, लोभ रत विचों जाए। ज्यों बैसंतर धात शुद्ध होए, त्यों हर का भौ दुर्मत मैल गवाए। नानक ते जन सोहणे, जे रते हर रंग लाए। नानक ते जन सोहणे, जे रते हर रंग लाए। वाहिगुरु जी का खालसा, वाहिगुरु जी की फतेह। पावन सलोकां अंदर अज बाबा फरीद साहब जी ने जो रहमत की है। बाबा फरीद साहब पहले सलोक अंदर रहमत करते ने। वो आखते ने कि जड़े प्रभु दे प्रेम दे अंदर, वाहिगुरु दी बंदगी दे अंदर रंगे हुए ने। फरीदा रत्ती रत ना निकलै। इत्थे रत्ती तू भाव है, रत्ती भाव के बिल्कुल छोटी जी, बिल्कुल थोड़ी जी। जिवें सुनियारे इन्हां नूं वरतदे ने। रत्ती तो भाव रत्ती मात्र जड़ी है, उन्हां दे विचों रत तो भाव है खून, ना निकले तो भाव नहीं निकलदा। जे तन चीरे कोए, जे प्रभु दी बंदगी दे अंदर रंगिया होइयां नूं जे कोई शरीर उन्हां दे चीरे नूं शरीर नूं चीरे ना, ते तां भी उन्हां दे विचों रत्ती मात्र भी खून दी एक तुबका भी नहीं निकलदा। ते अगे बाबा फरीद साहब आखते हैं कि जो तन रत्ते रब स्यों,
ਜਿਹੜੇ ਤਨ ਰੱਤੇ ਹੋਏ ਨੇ, ਇੱਥੇ ਰੱਤੇ ਤੋਂ ਭਾਵ ਹੈ ਪ੍ਰਭੂ ਦੇ ਪ੍ਰੇਮ ਦੇ ਅੰਦਰ ਜੋ ਰੰਗੇ ਹੋਏ ਨੇ। ਤਿਤ ਤਨ ਰਤ ਨਾ ਹੋਏ, ਉਸ ਤਨ ਦੇ ਅੰਦਰ ਰਤ ਹੀ ਨਹੀਂ ਹੈ। ਹੁਣ ਦੇਖੋ ਇੱਥੇ ਬਾਬਾ ਫਰੀਦ ਸਾਹਿਬ ਜੀ ਨੇ ਰਹਿਮਤ ਕੀਤੀ ਹੈ। ਉਹ ਮਹਾਪੁਰਸ਼ ਜੋ 1173 ਦੇ ਅੰਦਰ ਜਿਸ ਮਹਾਪੁਰਸ਼ ਦਾ ਜਨਮ ਹੈ, ਔਰ ਇਸ ਸ਼ਬਦ ਨੂੰ ਬੜੇ ਅੰਤਰੀ ਭਾਵ ਦੇ ਨਾਲ ਜਦੋਂ ਅਸੀਂ ਵਿਚਾਰਾਂਗੇ, ਬਾਹਰੀ ਅਰਥ ਇਹੀ ਨੇ ਜੋ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਜੋ ਪ੍ਰਭੂ ਦੀ ਬੰਦਗੀ ਦੇ ਵਿੱਚ ਪ੍ਰਭੂ ਦੇ ਨਾਮ ਦੇ ਨਾਲ ਜੋ ਰੱਤੇ ਹੋਏ ਨੇ, ਜੋ ਰੰਗੇ ਹੋਏ ਨੇ ਪ੍ਰਭੂ ਦੇ ਪ੍ਰੇਮ ਦੇ ਅੰਦਰ ਨਾਮ ਦੇ ਨਾਲ ਰੰਗੇ ਹੋਏ ਨੇ, ਉਹਨਾਂ ਨੂੰ ਜੇ ਚੀਰਿਆ ਵੀ ਜਾਏ, ਉਹਨਾਂ ਦੇ ਤਨ ਦੇ ਟੁਕੜੇ ਵੀ ਕੀਤੇ ਜਾਣ ਨਾ, ਤਾਂ ਵੀ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਰੱਤੀ ਮਾਤਰ ਵੀ ਉਹਨਾਂ ਦੇ ਚੋਂ ਰਤ ਭਾਵ ਕੇ ਖੂਨ ਲਹੂ ਨਹੀਂ ਨਿਕਲਦਾ। ਰੱਤੀ ਰਤ ਨਾ ਨਿਕਲੇ ਜੇ ਤਨ ਚੀਰੇ ਕੋਏ, ਜੋ ਤਨ ਰੱਤੇ ਰੱਬ ਸਿਉ, ਜਿਹੜੇ ਤਨ ਪ੍ਰਭੂ ਦੇ ਨਾਮ ਦੇ ਨਾਲ ਰੱਤੇ ਹੋਏ ਨੇ, ਤਿਤ ਤਨ ਉਸ ਤਨ ਦੇ ਵਿੱਚ ਰਤ ਨਾ ਹੋਏ, ਉਹਨਾਂ ਦੇ ਵਿੱਚ ਰਤ ਹੀ ਨਹੀਂ ਹੈ। ਹੁਣ ਜਦੋਂ ਵਿਗਿਆਨਿਕ ਪੱਖ ਲੈਂਦੇ ਹਾਂ ਤੇ ਹਰ ਇੱਕ ਸਰੀਰ ਦੇ ਅੰਦਰ ਖੂਨ ਹੈ। ਖੂਨ ਤੋਂ ਬਿਨਾਂ ਇਸ ਸਰੀਰ ਦੀ ਮਨਿਆਦ ਹੀ ਨਹੀਂ ਕੀਤੀ ਜਾ ਸਕਦੀ, ਇਸ ਸਰੀਰ ਦੀ ਹੋਂਦ ਹੀ ਨਹੀਂ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਇਹਨਾਂ ਸ਼ਲੋਕਾਂ ਦੀ ਵਿਆਖਿਆ ਕੀਤੀ ਹੈ। ਅਗਲੇ ਸ਼ਲੋਕ ਅੰਦਰ, ਅਗਲਾ ਸ਼ਲੋਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਹੈ। ਇਹ ਨਹੀਂ ਕਿ ਇਸ ਸ਼ਲੋਕ ਦੇ ਅੰਦਰ ਕੋਈ ਉਣਤਾਈ ਹੈ, ਕਮੀ ਹੈ। ਜੋ ਅੰਤਰੀ ਭਾਵ ਨੇ ਉਹਨਾਂ ਨੂੰ ਸੌਖੇ ਤਰੀਕੇ ਦੇ ਵਿੱਚ ਬਾਬਾ ਫਰੀਦ ਸਾਹਿਬ ਨੇ ਫਿਰ ਲੋਕਾਈ ਦੇ ਸਾਹਮਣੇ, ਮਨੁੱਖਤਾ ਦੇ ਸਾਹਮਣੇ ਬਾਬਾ ਫਰੀਦ ਸਾਹਿਬ ਨੇ ਫਿਰ ਉਹਨੂੰ ਪ੍ਰਗਟ ਕੀਤਾ। ਗੁਰਬਾਣੀ ਦੇ ਅੰਦਰ ਕਬੀਰ ਸਾਹਿਬ ਜੀ ਦੇ ਬਚਨ ਜਾਂ ਅਸੀਂ ਬਾਬਾ ਫਰੀਦ ਸਾਹਿਬ ਦੇ ਬਚਨ, ਉਹਨਾਂ ਨੂੰ ਹੋਰ ਖੋਲ ਕੇ ਵਿਆਖਿਆ ਕੀਤੀ ਹੈ ਗੁਰੂ ਸਾਹਿਬਾਨਾਂ ਨੇ। ਜਿਵੇਂ ਕਬੀਰ ਸਾਹਿਬ ਜੀ ਦਾ ਇੱਕ ਬਚਨ ਆਂਦਾ ਹੈ, ਕਬੀਰ ਸਾਹਿਬ ਆਖਦੇ ਨੇ ਕਿ ਮਹਿੰਦੀ ਕਰਕੇ ਘਾਲਿਆ ਕਬੀਰ, ਮਹਿੰਦੀ ਦੀ ਤਰ੍ਹਾਂ ਆਪਣੇ ਆਪ ਨੂੰ ਘਾਲਿਆ, ਮਸ਼ੱਕਤ ਕੀਤੀ ਜਿਵੇਂ ਮਹਿੰਦੀ ਦਾ ਸਫ਼ਰ ਹੈ। ਪੱਤੇ ਹੋਏ ਪੱਤਿਆਂ ਤੋਂ ਬਾਅਦ ਤੋੜ ਕੇ ਸੁਕਾਇਆ ਗਿਆ, ਕੁੱਟਿਆ ਗਿਆ, ਪੀਸਿਆ ਗਿਆ। ਇਸੇ ਤਰ੍ਹਾਂ ਕਬੀਰ ਸਾਹਿਬ ਆਖਦੇ ਨੇ ਕਬੀਰ ਮਹਿੰਦੀ ਕਰਕੇ ਘਾਲਿਆ, ਆਪ ਪਿਸਾਏ ਪਿਸਾਏ, ਤੈ ਸ਼ੈ ਬਾਤ ਨਾ ਪੁੱਛੀਆ, ਕਬੂ ਨਾ ਲਾਈ ਪਾਏ। ਪਰ ਸ਼ੈ ਨੇ ਖਸਮ ਨੇ ਮੇਰੀ ਬਾਤ ਨਹੀਂ ਪੁੱਛੀ ਤੇ ਮੈਨੂੰ ਆਪਣੇ ਚਰਨਾਂ ਦੇ ਨਾਲ ਵੀ ਨਹੀਂ ਲਾਇਆ। ਫਿਰ ਉਸੇ ਸ਼ਲੋਕ ਦੀ ਵਿਆਖਿਆ ਗੁਰੂ ਅਮਰਦਾਸ ਮਹਾਰਾਜ ਇਸ ਤਰ੍ਹਾਂ ਕਰਦੇ ਨੇ। ਉਹ ਆਖਦੇ ਨੇ ਕਿ ਨਾਨਕ ਮਹਿੰਦੀ ਕਰਕੇ ਰੱਖਿਆ, ਸੋ ਸ਼ੋ ਨਦਰ ਕਰੇ, ਆਪੇ ਪੀਸੈ ਆਪੇ ਘਸੈ, ਆਪੇ ਹੀ ਲਾਏ ਲੈ, ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੇ ਤਾਂ ਦੇ। ਇਹ ਪ੍ਰੇਮ ਦਾ, ਬੰਦਗੀ ਦਾ, ਸਿਫਤਸਲਾਹ ਦਾ, ਨਾਮ ਦਾ ਪਿਆਲਾ ਪਰਮੇਸ਼ਰ ਦਾ ਹੈ। ਤੈਨੂੰ ਆਪਣੇ ਕਰਮਾਂ ਦਾ ਹੰਕਾਰ ਨਾ ਹੋ ਜਾਏ, ਇਹ ਰੱਬ ਦੀ ਮਰਜ਼ੀ ਹੈ। ਰੱਬ ਆਪਣੀ ਮਰਜ਼ੀ ਅਨੁਸਾਰ ਪ੍ਰੇਮ ਦਾ, ਸਿਫਤਸਲਾਹ ਦਾ ਪਿਆਲਾ ਦਿੰਦਾ ਹੈ। ਉੱਥੇ ਕਬੀਰ ਸਾਹਿਬ ਜੀ ਦੇ ਸ਼ਲੋਕ ਦੀ ਵਿਆਖਿਆ ਹੈ। ਜਦੋਂ ਬਾਬਾ ਫਰੀਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਬਾਬਾ ਫਰੀਦ ਸਾਹਿਬ ਨੇ ਬਚਨ ਕੀਤਾ ਕਿ ਪਹਿਲੇ ਪਹਿਰੇ ਫੁੱਲੜਾ, ਪਹਿਲੇ ਪਹਿਰੇ ਤੋਂ ਭਾਵ ਹੈ ਰਾਤ ਦਾ ਪਹਿਲਾ ਪਹਿਰ, ਜਿਹਨੂੰ ਅੰਮ੍ਰਿਤ ਵੇਲਾ ਕਿਹਾ ਹੈ। ਬਾਬਾ ਫਰੀਦ ਸਾਹਿਬ ਆਪਣੀ ਰਸਨਾ ਤੋਂ ਕਹਿੰਦੇ ਨੇ ਕਿ ਪਹਿਲੇ ਪਹਿਰੇ, ਰਾਤ ਦਾ ਪਹਿਲਾ ਪਹਿਰ ਮਾਨੋ ਬੰਦਗੀ ਦਾ ਇੱਕ ਫੁੱਲ ਹੈ। ਬੰਦਗੀ ਪ੍ਰਭੂ ਦੀ ਸਿਫਤਸਲਾਹ ਮਾਨੋ ਇੱਕ ਫੁੱਲ ਦੀ ਤਰ੍ਹਾਂ ਹੈ। ਪਹਿਲੇ ਪਹਿਰੇ ਫੁੱਲੜਾ, ਫਲ ਭੀ ਪੱਛਾ ਰਾਤ, ਤੇ ਅੰਮ੍ਰਿਤ ਵੇਲੇ ਹੀ ਬੰਦਗੀ ਦੀ ਦਾਤ ਰੂਪੀ ਫਲ ਉਹਨਾਂ ਨੂੰ ਮਿਲਦਾ ਹੈ। ਕਿਹਨਾਂ ਨੂੰ? ਜੋ ਜਾਗਨ ਲਹਨ ਸੇ ਸਾਈਂ ਕੰਨੋਂ ਦਾਤ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਮਾਲਕ ਦੀ ਬੰਦਗੀ ਕਰਦੇ ਨੇ, ਪ੍ਰਭੂ ਦੀ ਸਿਫਤਸਲਾਹ ਕਰਦੇ ਨੇ। ਤੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਸੇ ਸ਼ਲੋਕ ਦੀ ਵਿਆਖਿਆ ਕੀਤੀ, ਆਖਣ ਲੱਗੇ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਇੱਕ ਜਾਗੰਦੇ ਨਾ ਲਹਨ ਇੱਕ ਨਾ ਸੁੱਤਿਆਂ ਦੇ ਉਠਾਲ। ਇਹ ਪ੍ਰਭੂ ਦੀ ਮਰਜ਼ੀ ਹੈ। ਇਸੇ ਤਰ੍ਹਾਂ ਅੱਜ ਦੇ ਇਸ ਪਾਵਨ ਸ਼ਲੋਕ ਦੇ ਅੰਦਰ ਜੋ ਬਾਬਾ ਫਰੀਦ ਸਾਹਿਬ ਜੀ ਜਿਹੜੇ ਆਪ ਪ੍ਰਭੂ ਦੀ ਬੰਦਗੀ ਦੇ ਨਾਲ ਸਿਰ ਤੋਂ ਪੈਰਾਂ ਤੱਕ ਰੰਗੇ ਹੋਏ ਨੇ, ਰੋਮ ਰੋਮ ਕਰਕੇ
ਜੋ ਮਾਲਿਕ ਦੀ ਬੰਦਗੀ ਦੇ ਨਾਲ ਜੁੜੇ ਹੋਏ ਨੇ, ਉਹ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਰੱਤੀ ਰਤ ਨਾ ਨਿਕਲੈ। ਰੱਤੀ ਮਾਤਰ ਵੀ ਉਹਨਾਂ ਦੇ ਤਨ ਦੇ ਵਿੱਚੋਂ, ਸਰੀਰ ਦੇ ਵਿੱਚੋਂ ਰਤ ਨਹੀਂ ਨਿਕਲਦਾ। ਜੇ ਤਨ ਚੀਰੈ ਕੋਏ, ਜੇ ਤਨ ਨੂੰ ਚੀਰ ਦਿੱਤਾ ਵੀ ਜਾਏ, ਜੋ ਰੱਤੇ ਰੱਬ ਸਿਉ, ਕਿ ਜੋ ਤਨ ਰੱਤੇ ਰੱਬ ਸਿਉ, ਜਿਹੜੇ ਤਨ ਪ੍ਰਭੂ ਦੇ ਨਾਮ ਦੇ ਨਾਲ ਰੱਤੇ ਹੋਏ ਨੇ, ਤੇ ਤਨ ਰਤ ਨਾ ਹੋਏ, ਉਹਨਾਂ ਦੇ ਤਨ ਦੇ ਵਿੱਚ ਰਤ ਨਹੀਂ ਹੈ। ਇਹ ਕਿਹੜੇ ਰਤ ਦੀ ਗੱਲ ਕੀਤੀ ਹੈ? ਅੱਗੇ ਸ਼ਲੋਕ ਅੰਦਰ ਗੁਰੂ ਅਮਰਦਾਸ ਸਾਹਿਬ ਰਹਿਮਤ ਕਰਦੇ ਨੇ, ਆਖਦੇ ਨੇ ਮਹਲਾ ਤੀਜਾ, ਇਹ ਤਨ ਸਭੋ ਰਤ ਹੈ। ਇਹ ਤਨ ਸਰੀਰ ਰਤ ਦੇ ਨਾਲ ਹੈ, ਭਾਵ ਕਿ ਰਤ ਦੇ ਕਰਕੇ ਤਨ ਦੀ ਹੋਂਦ ਹੈ। ਇਹ ਤਨ ਦੇ ਅੰਦਰ ਰਤ ਭਰਿਆ ਹੋਇਆ ਹੈ, ਖੂਨ ਹੈ ਇਸ ਤਨ ਦੇ ਅੰਦਰ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਖੂਨ ਤੋਂ ਬਿਨਾ ਤਨ ਹੋ ਹੀ ਨਹੀਂ ਸਕਦਾ। ਪਰ ਨਾਲ ਹੀ ਆਖਦੇ ਨੇ ਕਿ ਜੋ ਸ਼ਹਿ ਰੱਤੇ ਆਪਣੇ, ਜੋ ਸ਼ਹਿ ਦੇ ਨਾਲ, ਖਸਮ ਨਾਲ ਰੱਤੇ ਹੋਏ ਨੇ, ਤਿਤ ਤਨ ਲੋਭ ਰਤ ਨਾ ਹੋਏ। ਉਹਨਾਂ ਦੇ ਅੰਦਰ ਲੋਭ ਰੂਪੀ ਰਤ ਨਹੀਂ ਹੈ। ਉਹਨਾਂ ਦੇ ਤਨ ਦੇ ਅੰਦਰ ਲਹੂ ਤੇ ਹੈ, ਪਰ ਉਹਨਾਂ ਦਾ ਲਹੂ ਜਿਹੜਾ ਹੈ ਲੋਭ ਦੇ ਵਿੱਚ ਨਹੀਂ ਰੰਗਿਆ ਹੋਇਆ। ਜਿਸ ਨੂੰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਆਖਦੇ ਨੇ ਕਿ ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸਿਜੈ ਜਾਏ। ਇਥੇ ਗੁਰਦੇਵ ਆਖਦੇ ਨੇ ਕਿ ਤਿਤ ਤਨ ਲੋਭ ਰਤ ਨਾ ਹੋਏ, ਕਿਉਂ ਭੈ ਪਿਐ। ਵਾਹਿਗੁਰੂ ਦੇ, ਪਰਮੇਸ਼ਰ ਦੇ ਨਿਰਮਲ ਭਉ ਦੇ ਵਿੱਚ, ਨਿਰਮਲ ਅਦਬ ਦੇ ਵਿੱਚ, ਨਿਰਮਲ ਡਰ ਦੇ ਵਿੱਚ ਤਨ ਖੀਣ ਹੋਏ। ਉਹਨਾਂ ਦਾ ਤਨ ਖੀਣ ਹੋ ਜਾਂਦਾ ਹੈ, ਭਾਵ ਕਿ ਲੋਭ ਰਤ ਵਿੱਚੋਂ ਨਿਕਲ ਜਾਂਦਾ ਹੈ। ਲੋਭ ਰਤ ਵਿੱਚੋਂ ਜਾਏ, ਤੇ ਲੋਭ ਰੂਪੀ ਰਤ ਜਦੋਂ ਤਨ ਦੇ ਚੋਂ ਨਿਕਲ ਗਿਆ, ਤੇ ਇਹ ਸਰੀਰ ਜਿਹੜਾ ਲੋਭ ਦੇ ਨਾਲ ਭਰਿਆ ਹੋਇਆ ਸੀ, ਉਹ ਖੀਣ ਹੋ ਗਿਆ। ਤੇ ਅਗਲੀ ਬੜੀ ਸੋਹਣੀ ਐਗਜ਼ਾਮਪਲ ਦਿੱਤੀ ਹੈ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ। ਉਹ ਆਖਦੇ ਨੇ ਕਿ ਜੂੰ ਬੈਸੰਤਰ ਧਾਤ ਸ਼ੁੱਧ ਹੋਏ, ਜੂੰ ਬੈਸੰਤਰ ਦੇ ਨਾਲ, ਬੈਸੰਤਰ ਕਿਹਾ ਜਾਂਦਾ ਹੈ ਅੱਗ ਨੂੰ, ਅੱਗ ਦੇ ਨਾਲ ਧਾਤ ਭਾਵ ਕਿ ਸੋਨਾ ਜਿਹੜਾ ਹੈ ਉਹ ਸ਼ੁੱਧ ਹੋ ਜਾਂਦਾ ਹੈ। ਸੁਨਿਆਰੇ ਕੋਲ ਜਦੋਂ ਮਨੁੱਖ ਸੋਨਾ ਲੈ ਕੇ ਜਾਏ ਨਾ, ਉਹ ਕੁਠਾਲੀ ਜਿਹੀ ਪਾ ਕੇ ਅਗਨ ਦਿੰਦਾ ਹੈ, ਭੱਠੀ ਦੇ ਵਿੱਚ ਪਾ ਕੇ ਇਹਨੂੰ ਅੱਗ ਨਾਲ ਸਾੜਦਾ, ਤੇ ਜਿਹੜੀ ਅੰਦਰ ਮਲੀਨਤਾ ਹੈ, ਜਿਹੜਾ ਅੰਦਰ ਮੈਲ ਹੈ, ਉਹ ਸਾਰਾ ਇੱਕ ਪਾਸੇ ਹੋ ਜਾਂਦਾ ਹੈ, ਖੋਟ ਇੱਕ ਪਾਸਾ ਹੋ ਜਾਂਦਾ ਹੈ, ਤੇ ਭੁਆਵਣੀ ਉਹਦੀ ਘੁੰਮਦੀ ਹੈ ਕੁਠਾਰੀ ਦੇ ਵਿੱਚ। ਗੁਰਦੇਵ ਪਾਤਸ਼ਾਹ ਰਹਿਮਤ ਕਰਦੇ ਨੇ, ਇਸੇ ਤਰ੍ਹਾਂ ਜੂੰ ਬੈਸੰਤਰ, ਜਿਵੇਂ ਅੱਗ ਦੇ ਨਾਲ ਧਾਤ ਸ਼ੁੱਧ ਹੋਏ, ਧਾਤ ਤੋਂ ਭਾਵ ਸੋਨਾ ਜਿਹੜਾ ਹੈ ਸ਼ੁੱਧ ਹੋ ਜਾਂਦਾ ਹੈ, ਇਸੇ ਤਰ੍ਹਾਂ ਤਿਉ ਹਰ ਕਾ ਭਉ, ਵਾਹਿਗੁਰੂ ਦੇ ਨਿਰਮਲ ਭਉ ਦੇ ਵਿੱਚ, ਪ੍ਰਭੂ ਦੀ ਨਿਰਮਲ ਰਜਾ ਦੇ ਵਿੱਚ ਦੁਰਮਤ ਮੈਲ ਗਵਾਏ। ਮਨੁੱਖ ਦੀ ਦੁਰਮਤ ਭੈੜੀ ਮਤ ਜਿਹੜੀ ਹੈ ਉਹ ਮੈਲ ਦੂਰ ਹੋ ਜਾਂਦੀ ਹੈ। ਤੇ ਗੁਰਦੇਵ ਆਖਦੇ ਨਾਨਕ ਤੇ ਜਨ ਸੋਹਣੇ, हे ਨਾਨਕ ਉਹ ਜਨ ਫਿਰ ਸੋਹਣੇ ਨੇ ਜੇ ਰੱਤੇ ਹਰ ਰੰਗ ਲਾਏ, ਜਿਨ੍ਹਾਂ ਨੂੰ ਹਰੀ ਦੇ ਪ੍ਰੇਮ ਦਾ ਰੰਗ ਲੱਗੇ ਆ। ਅੱਜ ਬਾਬਾ ਫਰੀਦ ਸਾਹਿਬ ਜੀ ਨੇ ਲੋਭ ਦੀ ਗੱਲ ਕੀਤੀ ਹੈ, ਤੇ ਲੋਭ ਹੈ ਕਿ ਲੋਭ ਤੋਂ ਭਾਵ ਹੈ ਦੂਸਰੇ ਦਾ ਹੱਕ ਪ੍ਰਾਪਤ ਕਰਨ ਦੀ ਲਾਲਸਾ। ਮਨੁੱਖ ਸਿੱਧੇ ਔਰ ਅਸਿੱਧੇ ਤਰੀਕੇ ਦੇ ਨਾਲ ਜਦੋਂ ਦੂਸਰੇ ਦਾ ਹੱਕ ਖੋ ਕੇ ਚਾਹੁੰਦਾ ਹੈ ਕਿ ਮੇਰੇ ਕੋਲ ਹੀ ਹੋਏ, ਮੇਰੇ ਤੋਂ ਇਲਾਵਾ ਕਿਸੇ ਹੋਰ ਕੋਲ ਹੋਏ ਹੀ ਨਾ। ਰੱਬ ਨੇ ਰਹਿਮਤ ਕੀਤੀ, ਸਾਰਿਆਂ ਨੂੰ ਰਿਜ਼ਕ ਦਿੱਤਾ ਹੈ, ਸਭਨਾਂ ਦੀ ਸੰਭਾਲ ਕਰਦਾ ਹੈ। ਔਰ ਗੁਰਦੇਵ ਨੇ ਚੰਗੀ ਕਿਰਤ ਨੂੰ ਕਦੇ ਵੀ ਮਾੜਾ ਨਹੀਂ ਕਿਹਾ। ਮਨੁੱਖ ਚੰਗੀ ਕਿਰਤ ਕਰਕੇ ਭਾਵੇਂ ਜੀਵਨ ਅੰਦਰ ਬੁਲੰਦੀਆਂ ਤੱਕ ਪਹੁੰਚੇ, ਪਰ ਦੂਸਰੇ ਦਾ ਹੱਕ ਲੈ ਕੇ ਆਪਣੇ ਕੋਲ ਪ੍ਰਾਪਤ ਕਰਨ ਦੀ ਜੋ ਲਾਲਸਾ ਹੈ, ਉਸ ਨੂੰ ਲੋਭ ਕਿਹਾ ਹੈ। ਗੁਰਬਾਣੀ ਦੇ ਅੰਦਰ ਲੋਭ ਦੇ ਨਾਲ ਕੂਕਰ ਸ਼ਬਦ ਬਹੁਤ ਵਾਰੀ ਵਰਤੇ ਹੈ, ਕਿਉਂਕਿ ਕੁੱਤੇ ਦਾ ਸੁਭਾਅ ਹੁੰਦਾ ਹੈ ਕਿ ਆਪਣੇ ਕੋਲ ਭਾਵੇਂ ਹੋਏ ਸੋਚਦਾ ਹੈ ਕਿ ਦੂਸਰੇ ਦਾ ਹੱਕ ਮੈਂ ਪਹਿਲੇ ਲੈ ਲਿਆ, ਦੂਸਰੇ ਦਾ ਹੱਕ ਲੈਣਾ ਚਾਹੁੰਦਾ ਹੈ। ਤੇ ਲੋਭ ਇਤਨਾ ਮਾੜਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਹਿਸਕ੍ਰਿਤੀ ਬਾਣੀ ਅੰਦਰ ਆਖਦੇ ਨੇ ਕਿ ਲੋਭ ਦੇ ਅੰਦਰ ਗਰਸਿਆ ਹੋਇਆ ਮਨੁੱਖ ਨਾ ਹੀ ਮਾਂ ਬਾਪ ਦੀ ਪਰਵਾਹ ਕਰਦਾ ਹੈ, ਨਾ ਹੀ ਭੈਣਾਂ ਦੀ, ਨਾ ਹੀ ਭਰਾਵਾਂ ਦੀ ਪਰਵਾਹ ਕਰਦਾ ਹੈ। ਉਹ ਤੇ ਭਰਾਵਾਂ ਦਾ ਵੀ ਹੱਕ ਪ੍ਰਾਪਤ ਕਰਨਾ ਚਾਹੁੰਦਾ ਹੈ। ਕਿਸੇ ਵੀ ਢੰਗ ਦੇ ਨਾਲ ਭਰਾਵਾਂ ਦਾ ਹੱਕ
ਸੋਚਦਾ ਹੈ ਕਿ ਮੇਰੇ ਕੋਲ ਮੈਨੂੰ ਮਿਲ ਜਾਏ, ਉਸ ਨੂੰ ਪ੍ਰਾਪਤ ਕਰਨ ਦੀ ਚਾਹਨਾ ਰੱਖਦਾ ਹੈ, ਤੇ ਮਾਂ-ਬਾਪ ਇੱਕ ਪਾਸੇ ਰਹੇ, ਭੈਣ ਭਰਾ ਰਿਸ਼ਤੇਦਾਰ ਇੱਕ ਪਾਸੇ ਰਹੇ, ਉਹ ਰੱਬ ਦੀ ਵੀ ਪਰਵਾਹ ਨਹੀਂ ਕਰਦਾ। ਲੋਭੀ ਕਾਵੇ ਸਾਨਾ ਕੀਚੈ, ਬਾਣੀ ਆਖਦੀ ਹੈ, ਜੇ ਕਾ ਪਾਰ ਸਾਏ ਅੰਤ ਕਾਲ ਤਿੱਥੈ ਤੂੰ ਹੈ ਜਿੱਥੇ ਹੱਥ ਨਾ ਪਾਏ। ਲੋਭੀ ਦਾ ਵਿਸਾਹ ਨਾ ਕਰ, ਕਿਉਂਕਿ ਜਿਸ ਮਾਲਕ ਦੀ ਕਿਰਪਾ ਦੇ ਨਾਲ ਇਹ ਸੁੱਖ ਮਿਲੇ ਨੇ, ਉਸੇ ਪਰਮਾਤਮਾ ਨੂੰ ਹੀ ਵਿਸਾਰ ਕੇ ਰੱਖਦਾ ਹੈ। ਦੇਖੋ, ਜੀਵਨ ਅੰਦਰ ਮਨੁੱਖ ਨੂੰ ਕਾਮਯਾਬੀ ਮਿਲ ਗਈ, ਕੋਈ ਰੁਤਬਾ ਮਿਲ ਗਿਆ, ਤੇ ਲੋਭੀ ਦਾ ਅਜੇ ਵੀ ਜਿਹੜਾ ਹਿਰਦਾ ਸ਼ਾਂਤ ਨਹੀਂ ਹੁੰਦਾ। ਕਬੀਰ ਸਾਹਿਬ ਦਾ ਬੜਾ ਸੁੰਦਰ ਬਚਨ ਹੈ, ਉਹ ਆਖਦੇ ਨੇ ਕਿ ਮਨੁੱਖ ਦਰਖਤ ਦੇ ਉੱਪਰ ਚੜ੍ਹਿਆ। ਹੁਣ ਦਰਖਤ ਦੀ ਐਗਜ਼ਾਮਪਲ ਦਿੱਤੀ ਹੈ, ਇਹ ਸੰਸਾਰ ਰੂਪੀ ਦਰਖਤ ਦੇ ਵਿੱਚ, ਸੰਸਾਰ ਰੂਪੀ ਦਰਖਤ ਦੇ ਉੱਪਰ ਚੜ੍ਹਿਆ, ਉਹ ਟਾਹਣੀਆਂ ਦਾ ਸਹਾਰਾ ਲਿਆ, ਕਿਧਰੇ ਪੈਰ ਰੱਖੇ, ਕਿਧਰੇ ਹੱਥ ਰੱਖੇ, ਹੱਥਾਂ ਨੂੰ ਪੈਰਾਂ ਨੂੰ ਟਾਹਣੀਆਂ ਦੇ ਉੱਪਰ ਰੱਖਦਾ ਹੋਇਆ ਅਖੀਰ ਜਿੱਥੇ ਫਲ ਲੱਗਾ ਸੀ, ਫਲ ਤੋੜ ਕੇ ਫਿਰ ਜ਼ਮੀਨ ਦੇ ਚ ਆ ਗਿਆ ਤੇ ਆਖਣ ਲੱਗਾ ਕਿ ਇਹ ਮੇਰਾ ਆਪਣਾ ਬਲ ਹੈ, ਇਹ ਸਭ ਕੁਝ ਕਰਨ ਵਾਲਾ ਮੈਂ ਹਾਂ। ਤੇ ਕਬੀਰ ਸਾਹਿਬ ਆਖਦੇ ਨੇ ਕਿ ਕਾਰਨ ਬਪੁਰਾ ਕਿਆ ਕਰੇ, ਜੋ ਰਾਮ ਨਾ ਕਰੈ ਸਹਾਏ। ਕਬੀਰ ਕਿ ਕਾਰਨ ਬਪੁਰਾ ਕਿਆ ਕਰੇ, ਉਹ ਕਾਰਨ ਕੀ ਕਰ ਸਕਦਾ ਹੈ ਬਪੁਰਾ, ਜੋ ਰਾਮ ਨਾ ਕਰੈ ਸਹਾਏ। ਜਹ ਜਹ ਡਾਲੀ ਪਗ ਧਰੋਂ ਸੋਈ ਮੁਰ ਮੁਰ ਜਾਏ। ਜਿਨ੍ਹਾਂ ਡਾਲੀਆਂ ਦੇ ਉੱਪਰ ਚੜ ਕੇ ਤੂੰ ਉਸ ਮੰਜ਼ਿਲ ਤੱਕ ਪਹੁੰਚੇ, ਜੇ ਉਹ ਡਾਲੀਆਂ ਹੀ ਮੁੜ ਜਾਂਦੀਆਂ ਫਿਰ ਤੂੰ ਕੀ ਕਰਦਾ। ਪਰ ਲੋਭੀ ਕਾਵੇ ਸਾ ਨਾ ਕੀਜੈ, ਲੋਭੀ ਦਾ ਇਹ ਸੁਭਾਅ ਹੈ। ਤਾਂ ਹੀ ਭਗਤ ਨਾਮਦੇਵ ਜੀ ਪਾਵਨ ਬਾਣੀ ਅੰਦਰ ਰਹਿਮਤ ਕਰਦੇ ਨੇ, ਆਖਦੇ ਕਿ ਲੋਭ ਲਹਿਰ ਅਤ ਨਿਝਰ ਬਾਜੈ, ਕਾਇਆ ਡੂਬੇ ਕੇਸਵਾ। हे ਸੋਹਣੇ ਕੇਸਾਂ ਵਾਲੇ ਮਾਲਕ ਜੀ, ਮੈਂ ਲੋਭ ਦੀ ਲਹਿਰ ਦੇ ਵਿੱਚ ਨਿਤ ਹੀ ਚੁੱਭੀਆਂ ਲੈ ਰਿਹਾ ਹਾਂ। ਲੋਭ ਦੀਆਂ ਲਹਿਰਾਂ ਮੇਰੇ ਜੀਵਨ ਅੰਦਰ ਠਾਠਾਂ ਮਾਰ ਰਹੀਆਂ ਨੇ ਕਿ ਲੋਭ ਲਹਿਰ ਅਤ ਨਿਝਰ ਬਾਜੈ, ਕਾਇਆ ਡੂਬੇ ਕੇਸਵਾ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠੁਲਾ। ਮਾਲਕ ਕਿਰਪਾ ਕਰ, ਇਹਨਾਂ ਲੋਭ ਦੀਆਂ ਲਹਿਰਾਂ ਦੇ ਵਿੱਚੋਂ ਮੈਨੂੰ ਬਚਾ ਲੈ। ਗੁਰੂ ਅਰਜਨ ਦੇਵ ਮਹਾਰਾਜ ਨੇ ਰਹਿਮਤ ਕੀਤੀ ਲੋਭ ਦੀ ਗੱਲ ਕਰਦਿਆਂ ਹੋਇਆਂ। ਗੁਰਦੇਵ ਆਖਦੇ ਨੇ ਕਿ ਜਿਵੇਂ ਮੱਖੀ ਹੈ ਨਾ, ਉਹ ਉੜਦੀ ਹੋਈ ਆ ਕੇ ਗੁੜ ਦੇ ਕੋਲ ਪਹੁੰਚਦੀ ਹੈ, ਤੇ ਗੁੜ ਜਿਹੜਾ ਹੈ ਉਹ ਬੜਾ ਚਿਪਚਿਪਾ ਜਾ ਹੋਏ, ਉਹਨੇ ਆ ਕੇ ਜ਼ਮੀਨ ਦੇ ਉੱਪਰ ਬੈਠ ਕੇ ਇੱਕ ਪਾਸੋਂ ਖਾਧਾ, ਫਿਰ ਦੂਸਰੇ ਪਾਸੋਂ ਖਾਧਾ, ਪਰ ਲੋਭ ਮੁੱਕਿਆ ਨਹੀਂ, ਲਾਲਚ ਖਤਮ ਨਹੀਂ ਹੋਇਆ। ਉਸ ਡੱਲੀ ਦੇ ਉੱਪਰ ਆ ਕੇ ਬੈਠ ਗਈ ਤੇ ਕੁਝ ਸਮੇਂ ਬਾਅਦ ਉਹਦੇ ਪੈਰ ਜਿਹੜੇ ਸਨ ਉਸ ਗੁੜ ਦੇ ਨਾਲ ਚਿਪਕ ਗਏ ਤੇ ਜੀਵਨ ਦਾ ਅੰਤ ਹੋ ਗਿਆ। ਗੁਰਦੇਵ ਨੇ ਪਾਵਨ ਬਾਣੀ ਵਿੱਚ ਰਹਿਮਤ ਕੀਤੀ ਹੈ ਕਿ ਗਿੱਲੀ ਗਿੱਲੀ ਰੋਡੜੀ, ਗਿੱਲੀ ਗਿੱਲੀ ਤੋਂ ਭਾਵ ਜੋ ਚਿਪਚਿਪੀ ਹੈ, ਰੋਡਲੀ ਤੋਂ ਭਾਵ ਗੁੜ ਦੀ ਡੱਲੀ। ਗਿੱਲੀ ਗਿੱਲੀ ਰੋਡੜੀ ਭੌਂਦੀ ਭਉ ਭਉ ਆਏ, ਤੇ ਮੱਖੀ ਭੌਂਦੀ ਹੋਈ ਉਹਦੇ ਪੋਲ ਆ ਕੇ ਉੱਪਰ ਪਾ ਕੇ ਬੈਠ ਜਾਂਦੀ ਹੈ। ਜੋ ਬੈਠੇ ਸੇ ਫਾਥਿਆ, ਜਿਹੜੇ ਫਿਰ ਜੀਵ, ਹੁਣ ਇੱਥੇ ਦੇ ਗੁਰੂ ਅਰਜਨ ਦੇਵ ਮਹਾਰਾਜ ਨੇ ਨਾਲ ਮੱਖੀ ਦੀ ਐਗਜ਼ਾਮਪਲ ਦੇ ਕੇ ਸਮਝਾਇਆ ਕਿ ਜੋ ਬੈਠੇ ਸੇ ਫਾਥਿਆ, ਉਬਰੇ ਭਾਗ ਮੱਥਾ ਹੈ, ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਸਨ ਉਹ ਬਚ ਗਏ, ਨਹੀਂ ਤੇ ਮਾਇਆ ਦੇ ਵਿੱਚ ਲਾਲਚ ਦੇ ਜੇ ਉੱਥੇ ਫਸ ਕੇ ਆਪਣਾ ਜੀਵਨ ਖੁਆਰ ਕਰ ਲੈਂਦੇ, ਜਿਵੇਂ ਮੱਖੀ ਆਪਣਾ ਜੀਵਨ ਖੁਆਰ ਕਰ ਲੈਂਦੀ ਹੈ। ਕਬੀਰ ਸਾਹਿਬ ਨੇ ਆਪਣੀ ਬਾਣੀ ਅੰਦਰ ਰਹਿਮਤ ਕੀਤੀ, ਉਹ ਆਖਣ ਲੱਗੇ ਕਿ ਬਾਂਦਰ ਜਿਹੜਾ ਹੈ ਨਾ, ਬਾਂਦਰ ਨੂੰ ਪਕੜਨ ਲਈ ਮਦਾਰੀ ਕੀ ਕਰਦਾ ਹੈ ਕਿ ਜੰਗਲ ਦੇ ਵਿੱਚ ਜ਼ਮੀਨ ਦੇ ਖੱਡਾ ਪੁੱਟ ਕੇ ਉਹਦੇ ਘੜਾ ਬੰਦ ਕਰ ਦਿੰਦਾ ਹੈ, ਘੜੇ ਨੂੰ ਮਿੱਟੀ ਦੇ ਦਫਨਾ ਦਿੰਦਾ ਹੈ, ਤੇ ਉਸ ਘੜੇ ਦਾ ਛੋਟਾ ਜਿਹਾ ਮੂੰਹ ਹੈ ਤੇ ਥੋੜੇ ਜਿਹੇ ਉਸਦੇ ਚ ਛੋਲੇ ਤੇ ਭੁੱਜੇ ਹੋਏ ਦਾਣੇ ਪਾਏ, ਉੱਪਰੋਂ ਦਾ ਮੂੰਹ ਨੰਗਾ ਕਰਦਾ, ਬਾਂਦਰ ਦੌੜਦਾ ਹੋਇਆ ਆਇਆ, ਤੇ ਜਿਵੇਂ ਹੀ ਆ ਕੇ ਉਸਨੇ ਛੋਲਿਆਂ ਦੇ ਦਾਣਿਆਂ ਨੂੰ ਪੱਕਿਆ ਤੇ ਪਕੜ ਕੇ ਹੁਣ ਜਦੋਂ ਬਾਹਰ ਕੱਢਦਾ ਤੇ ਮੁੱਠੀ ਬੰਦ ਹੋਣ ਕਰਕੇ ਹੱਥ ਉਸ ਘੜੇ ਦੇ ਚੋਂ ਬਾਹਰ ਨਹੀਂ ਨਿਕਲਦਾ। ਹੁਣ ਦੇਖੋ, ਇੱਕ ਮੁੱਠੀ ਦਾਣਿਆਂ ਦੇ ਕਰਕੇ ਬਾਂਦਰ ਪਕੜਿਆ ਗਿਆ। ਹੁਣ ਬਾਂਦਰ ਨੇ ਨਾ ਹੀ ਤੇ ਆਪਣੇ ਨਾਲ ਦੇ ਨੂੰ ਦੱਸਿਆ
क्योंकि बंदर बतेरे सन। वो सोचता है कि जदों भी भुख लगेगी आके इत्थों छोलियां दे दाने मैं कढ़ लियांगा, ते होरां नूं दसदा भी नहीं है। लालची बंदे का भी सुभाव बस इसे तरह आखदा है कि जो कुछ मिले मैनूं मिले, किसी होर नाल ना मिले। बंदर सोचता है कि जदों मिलेगा मैं आके कल्ला ही आके तू कढ़ लियांगा, तो जी मुट्ठी भरी हुई है वो मुट्ठी भी नहीं छोड़ता, घड़े दे फस जाता है। मदारी आया आके 2 सोटियां उस बांदर नूं मारियां, पकड़ के लै गया, 4 दिन घर दे भुखे रखे आ। फिर सारा जीवन लोकां दे घरां दे अगे उस बंदर नूं नचांदा है। कबीर साहब ने अपनी बाणी अंदर के आखदे ने, कबीर मरकट मुष्टि अनाज की मन बोरा रे। मरकट कह जाता है बांदर नूं, मुष्टि तो भावदा मुट्ठी। मरकट मुष्टि अनाज की मन बोरा रे, कहते कि मन बोरा होया पे उस बंदर की तरह कि मरकट मुष्टि अनाज की मन बोरा रे, लीनी हाथ पसार छूटन को सहसा परिया मन बोरा रे, नाचियो घर घर बार। फिर लोगों के घरां अगे नचदा है फसिया होया। एक मुट्ठी भर छोलियां की लालच करके सारा जीवन लोगों के घरां दे दरवाजियां अंगर नचदा है। बस मनुख का सुभाव ही ये है। रब ने बड़ा कुछ दिता है पर उसी संतोख नहीं है। लालच के अधीन होके बंदर की तरह जीव माटी को पुतरा कैसे नचत है। जब कछ पावे तब गर्व करत है, माया गी तब रोवन लगत है। हालत बस यही है। धन गुरु रामदास सच्चे पातशाह महाराज जिन्हां दे सपुत्र बाबा पृथ्वी चंद जी, किधरे उन्होंने गल की कि जो भी धन पदार्थ आंदा है, चढ़ावा आंदा है, गुरु साहब सारा संगतां दे वंड देंदे ने, कुछ रख लैण अपने वास्ते भी। गुरु रामदास सच्चे पातशाह के कन्नां दे आवाज़ पहुंची। गुरुदेव ने बाबा पृथ्वी चंद जी नूं बुला लिया। आखण लगे, पृथ्वी चंद जी ये अज की गोलक तुसीं गिणनी है। तो बाबा पृथ्वी चंद जी फिर गिणन लगे। सारी रात हो गई, सवेर हुई, तो आखण लगे तुसीं गोलक गिणी तो है, हाथ तो देखो अपने। आखण लगे गुरुदेव पातशाह सिक्कियां दे नाल कालक लगी सी, हथ काले हो गए। हाथ धोते, इतिहासकार लिखते ने एक बार धोते, 2 बार धोते, 3 बार धोते, पर उन्होंने सिक्कियां की कालक हत्थां दे चों गई नहीं। ते गुरुदेव पातशाह ने आख्या कि जन्म जन्म की इस मन को मल लागी, काला हुआ सिया खनली धोती उजली ना होवे, जे सो धोवण पा। 100 वारी क्यों ना धो लिया जाए। जो हिरदे नूं कालख लगी हुई है, लालच दी, विकारां दी, माया दी, ये बाहर तो हाथ ते साफ हो जाएंगे, पर हिरदे की कालख ते धोती नहीं जानी, भावें 100 वारी क्यों ना धो लिया जाए। अज बाबा फरीद साहब ने लोभ की गल की है, लालच की गल की है। ते देखो बाबा फरीद साहब का बचन है, वह आखदे ने, फरीदा जां लभ तां नहीं किया। जे हिरदे अंदर लभ है, लालच है, लोभ है, फिर नहीं हो सकता। जां लभ तां नहीं किया, नहीं तां लभ तां कूड़ा नहीं। जे लभ है ते कूड़ा प्यार है, सच्चा प्यार नहीं है। जां लभ तां नहीं किया, लभ तां कूड़ा ने किचर चत लंगाई है। छप्पर टूटे में कितना समा तू लगा लेगा, टुटे हुए छप्पर दे चों बारिश का पानी, बारिश दियां बूंदा वो घर दे च आई जाणगियां। ये झूठा प्यार 4 दिन ही लोग भुलेखा खा सकते हैं, सदा नहीं, ये प्रगट हो ही जाएगा। ते गुरुदेव ने फिर पावन बाणी अंदर रहमत की। महाराज आखदे कि मनमुखा केरी दोस्ती माया का संबंध। मनमुखा की दोस्ती जड़ी है ना केवल माया करके है, मैनूं खिमा करना। जे धन पदार्थ ने, 4 टके ने, दुनिया के सुख ने, ते सारे आके गलबात पूछणगे, सारे हर एक गल दे नाल तुहाडे नाल हां विच हां भरनगे। जिसनों गुरु तेग बहादुर सच्चे पातशाह आखदे ने कि सुख में आन बहुत मिल बैठत, रहत चौहों दिस घेरै, विपत परी सब ही संग छाड़त को न आवत, नेरे ये सच्चाई है।
ਤੇ ਗੁਰਦੇਵ ਆਖਦੇ ਨੇ ਕਿ ਮਨਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭਜ ਜਾਣ ਕਿਸੈ ਨਾ ਪਾਇਨ ਬੰਦ, ਜਿਚਰ ਪਹਿਨਣ ਖਾਵੰਦੇ ਤਿਚਰ ਰੱਖਣ ਗੰਢ। ਜਦ ਤੱਕ ਪਹਿਨਦੇ ਨੇ ਖਾਂਦੇ ਨੇ ਉਸ ਵੇਲੇ ਤੇ ਨਾਲ ਗੰਢ ਕੇ ਰੱਖਣਗੇ। ਜਿਸ ਦਿਨ ਕਛੂ ਨਾ ਹੋਵੇ ਤਿਸ ਦਿਨ ਬੋਲਣ ਗੰਧ, ਜਿਸ ਵੇਲੇ ਤੁਹਾਡੇ ਕੋਲ 4 ਟਕੇ ਨੇ ਦੁਨੀਆ ਦੇ ਸੁੱਖ ਨਹੀਂ, ਫਿਰ ਮੁਕਤੂ ਗਾਂਧੀ ਬੋਲਣਗੇ, ਕੋੜੇ ਬੋਲੀ ਬੋਲਣਗੇ, ਮੰਦੇ ਬੋਲੀ ਬੋਲਣਗੇ। ਮਨਮੁਖਾਂ ਕੇਰੀ ਦੋਸਤੀ, ਕਿਉਂਕਿ ਇਹ ਦੋਸਤੀ ਜਿਹੜੀ ਹੈ ਲੋਭ ਦੇ ਉੱਪਰ ਟਿਕੀ ਹੋਈ ਹੈ, ਲਾਲਚ ਦੇ ਉੱਪਰ ਟਿਕੀ ਹੋਈ ਹੈ। ਇਹ ਗਾਥਾ ਆਪਦੇ ਸਨਮੁਖ ਰੱਖਾਂ। ਸਾਧ ਸੰਗਤ ਜੀ, ਸਾਖੀ ਔਰ ਗਾਥਾ ਦੇ ਵਿੱਚ ਫਰਕ ਹੈ ਕਿ ਗਾਥੀ ਜਿਹੜੀ ਸਾਖੀ ਹੈ ਉਹ ਸੱਚੀ ਹੈ, ਗਾਥਾ ਮਨੋਕਲਪਤ ਹੈ, ਕੇਵਲ ਸਮਝਾਉਣ ਤੱਕ ਹੈ। ਸਮਝਾਉਣ ਲਈ ਗਾਥਾ ਵਰਤੀ ਜਾਂਦੀ ਹੈ, ਉਹਦਾ ਸੱਚਾਈ ਦੇ ਨਾਲ ਕੋਈ ਸੰਬੰਧ ਨਹੀਂ। ਹਾਂ, ਇੰਜ ਕਹਿ ਲਵਾਂ ਕਿ ਗਾਥਾ ਦੇ ਨਾਲ ਜੋ ਗੱਲ ਹੈ ਉਹ ਆਪਣੀ ਪ੍ਰਗਟ ਕੀਤੀ ਜਾ ਸਕਦੀ ਹੈ। ਤੇ ਮੈਨੂੰ ਗਾਥਾ ਇੱਕ ਯਾਦ ਆਈ ਕਿ ਭਗਵਾਨ ਜੀ ਔਰ ਲక్ష్ਮੀ ਜੀ ਬੈਠੇ ਹੋਏ ਸਨ ਤੇ ਭਗਵਾਨ ਲక్ష్ਮੀ ਨੂੰ ਕਹਿਣ ਲੱਗੇ ਕਿ ਦੇਖਣਾ ਮੇਰੇ ਭਗਤਾਂ ਦੀ ਕਿਤਨੀ ਕਤਾਰ, ਕਿਤਨੀ ਲਾਈਨ ਲੱਗੀ ਹੋਈ ਹੈ, ਜੋ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਮੱਥਾ ਟੇਕਦੇ ਨੇ, ਆਰਤੀ ਕਰਦੇ ਨੇ, ਸਜਦਾ ਕਰਦੇ ਨੇ, ਨਮਸਕਾਰਾਂ ਕਰਦੇ ਨੇ। ਲక్ష్ਮੀ ਹੱਸ ਪਈ। ਲక్ష్ਮੀ ਜੀ ਹੱਸ ਕੇ ਕਹਿਣ ਲੱਗੀ, ਭਗਵਾਨ ਭਾਵੇਂ ਤੁਹਾਡੇ ਕੋਲ ਕਤਾਰਾਂ ਲੱਗੀਆਂ ਹੋਈਆਂ ਨੇ, ਨਮਸਕਾਰਾਂ ਕਰਦੇ ਨੇ, ਪਰ ਮੰਗਦੇ ਮੈਨੂੰ ਹੀ ਨੇ, ਮੰਗਦੇ ਤੇ ਤਾਨੇ ਹੀ ਨੇ। ਤੇ ਭਗਵਾਨ ਜੀ ਕਹਿਣ ਲੱਗੇ, ਨਹੀਂ ਤੂੰ ਸ਼ੱਕ ਕਰ ਰਹੀ ਹੈ। ਤੇ ਲక్ష్ਮੀ ਕਹਿਣ ਲੱਗੀ, ਜੇ ਤੁਹਾਨੂੰ ਭਰੋਸਾ ਨਹੀਂ ਤੇ ਤੁਸੀਂ ਨਿਸ਼ਚਾ ਕਰ ਲਓ, ਕਿਸੇ ਦੇ ਕੋਲ ਜਾ ਕੇ ਦੇਖ ਲਿਓ। ਸੋ ਗਾਥਾ ਹੈ, ਭਗਵਾਨ ਜੀ ਨੇ ਸਾਧੂ ਦਾ ਰੂਪ ਧਾਰਨ ਕੀਤਾ ਤੇ ਇੱਕ ਸੇਠ ਜੋ ਨੇਮ ਦੇ ਨਾਲ ਧਾਰਮਿਕ ਸਥਾਨਾਂ ਪਰ ਜਾਂਦਾ ਸੀ, ਦਾਨ ਪੁੰਨ ਕਰਦਾ ਸੀ, ਸੇਵਾ ਕਰਦਾ ਸੀ, ਉਹਦੇ ਘਰ ਪਹੁੰਚ ਗਏ। ਸੇਠ ਬੜਾ ਖੁਸ਼ ਹੋਇਆ, ਕਹਿਣ ਲੱਗਾ ਕਿ ਅੱਜ ਮੈਂ ਮੰਦਰ ਦੇ ਚੋਂ ਆਰਤੀ ਕਰਕੇ ਆਇਆ ਹਾਂ ਤੇ ਆਂਦਿਆਂ ਸਾਧੂ ਪੁਰਸ਼ ਆ ਕੇ ਮੇਰੇ ਭਾਗ ਚੰਗੇ ਨੇ ਕਿ ਨਾ ਗੁਰਮੁਖਾਂ ਦੇ ਦਰਸ਼ਨ ਹੋਏ, ਆਪਣੇ ਘਰ ਦੇ ਚ ਲੈ ਕੇ ਗਿਆ। ਤੇ ਭਗਵਾਨ ਨੇ ਜੋ ਸਾਧੂ ਦਾ ਰੂਪ ਧਾਰਨ ਕੀਤਾ ਸੀ, ਕਹਿਣ ਲੱਗੇ ਅਸੀਂ ਤੇਰੇ ਘਰ 2 ਦਿਨ ਠਹਿਰਨਾ ਹੈ, ਪਰ ਠਹਿਰਾਂਗੇ ਤਾਂ ਜੇ ਤੂੰ ਸਾਨੂੰ ਸਾਰੇ ਰਹਿਣ ਦਾ ਸੋਹਣਾ ਪ੍ਰਬੰਧ ਕਰੇ। ਸੇਠ ਨੇ ਆਪਣੀ ਸਾਰੀ ਹਵੇਲੀ ਖੋਲਤੀ, ਕਹਿਣ ਲੱਗਾ ਜਿਹੜਾ ਕਮਰਾ ਤੁਹਾਨੂੰ ਚੰਗਾ ਲੱਗਦਾ ਹੈ ਨਾ, ਉਸ ਕਮਰੇ ਤੇ ਰਹਿ ਲਿਓ। ਹੁਣ ਸੇਠ ਰੋਜ਼ ਆਰਤੀ ਕਰਨ ਜਾਂਦਾ ਸੀ ਤੇ ਭਗਵਾਨ ਨੇ ਸੋਚਿਆ ਬੜਾ ਮੇਰਾ ਭਗਤ ਹੈ, ਜਿਹੜਾ ਵਧੀਆ ਕਮਰਾ ਲੱਗਾ ਸਾਧੂ ਨੂੰ, ਜਾ ਕੇ ਉਸ ਕਮਰੇ ਦੇ ਜਾ ਕੇ ਟਿਕ ਗਿਆ। ਤੇ ਸਾਧੂ ਕਹਿਣ ਲੱਗਾ ਸੇਠ ਨੂੰ ਬੜੀ ਜ਼ੋਰ ਦੀ ਤ੍ਰੇਹ ਲੱਗੀ ਹੈ, ਪਿਆਸ ਲੱਗੀ ਹੈ, ਜੇ ਪਾਣੀ ਮਿਲ ਜਾਏ। ਸੇਠ ਗਿਆ ਪਾਣੀ ਲੈਣ ਵਾਸਤੇ। ਉਸੇ ਵੇਲੇ ਲక్ష్ਮੀ ਜੀ ਨੇ ਰੱਥ ਦੇ ਉੱਪਰ ਸਵਾਰੀ ਕੀਤੀ ਤੇ ਆ ਕੇ ਸੇਠ ਦੇ ਦਰਵਾਜ਼ੇ ਦੇ ਸਾਹਮਣੇ ਆ ਕੇ ਆਪਣਾ ਰੱਥ ਖੋਲ੍ਹਿਆ। ਸੋਹਣੇ ਤਨ ਦੇ ਉੱਪਰ ਕੱਪੜੇ ਪਾਏ ਹੋਏ ਨੇ, ਸੋਹਣਾ ਸ਼ਿੰਗਾਰ ਕੀਤਾ ਹੋਇਆ ਤੇ ਸੇਠ ਪਾਣੀ ਦਾ ਗਲਾਸ ਲੈ ਕੇ ਦਰਵਾਜ਼ੇ ਵੱਲ ਗਿਆ। ਦੇਖਦਾ ਹੈ ਕਿ ਕੋਈ ਨਾਮ ਦੇ ਨਾਲ ਰੰਗੀ ਹੋਈ ਆਤਮਾ ਹੈ ਤੇ ਧਨ ਪਦਾਰਥਾਂ ਦੀ ਵੀ ਕੋਈ ਕਮੀ ਨਹੀਂ। ਲక్ష్ਮੀ ਨੂੰ ਜਾ ਕੇ ਨਮਸਕਾਰ ਕੀਤੀ, ਆਖਣ ਲੱਗਾ ਤੁਸੀਂ ਕਿੱਥੋਂ ਆਏ ਹੋ? ਉਹ ਕਹਿਣ ਲੱਗੇ ਜੇ ਤੂੰ ਭਾਵਨਾ ਨਾਲ ਬੁਲਾਏ ਤੇ ਤੇਰੇ ਘਰ ਵੀ ਅਸੀਂ ਠਹਿਰ ਸਕਦੇ ਹਾਂ। ਸੇਠ ਨੇ ਜੀ ਆਇਆ ਕਿਹਾ ਤੇ ਆਪਣੇ ਮਹਿਲ ਦੇ ਚ ਲੈ ਗਿਆ ਤੇ ਆਖਣ ਲੱਗਾ ਜੀ ਪਾਣੀ। ਉਹ ਕਹਿਣ ਲੱਗੀ ਕਿ ਪਾਣੀ ਮੈਂ ਆਪਣੇ ਹੀ ਭਾਂਡਿਆਂ ਦੇ ਵਿੱਚ ਪੀਂਦੀ ਹਾਂ। ਆਪਣੇ ਕੋਲੋਂ ਸੋਨੇ ਦਾ ਗਲਾਸ ਕੱਢਿਆ, ਉਸ ਸੋਨੇ ਦੇ ਗਲਾਸ ਦੇ ਪਾਣੀ ਪੀ ਕੇ ਗਲਾਸ ਸੁੱਟ ਦਿੱਤਾ। ਸੇਠ ਨੇ ਚੁੱਕ ਕੇ ਗਲਾਸ ਪਕੜਾਉਣ ਲਈ ਜਦੋਂ ਅੱਗੇ ਹੋਇਆ ਤੇ ਕਹਿਣ ਲੱਗੀ ਜਿਸ ਭਾਂਡੇ ਵਿੱਚ ਇੱਕ ਵਾਰੀ ਮੈਂ ਕੁਝ ਖਾ ਲਿਆ ਪੀ ਲਿਆ, ਦੁਬਾਰਾ ਮੈਂ ਉਸ ਦੀ ਵਰਤੋਂ ਨਹੀਂ ਕਰਦੀ। ਇਹ ਹੁਣ ਤੇਰੇ ਕੰਮ ਦਾ ਹੋ ਸਕਦਾ ਹੈ, ਮੇਰੇ ਕੰਮ ਦਾ ਨਹੀਂ ਹੈ। ਸੇਠ ਬੜਾ ਖੁਸ਼ ਹੋਇਆ, ਸੋਚਣਗਾ ਜੇ 4 ਦਿਨ ਇਹ ਰਹਿ ਗਈ ਨਾ ਤੇ ਮੇਰੇ ਘਰ ਦੇ ਸੋਨੇ ਦੇ ਅੰਬਾਰ ਲੱਗ ਜਾਣਗੇ। ਪਰ ਲక్ష్ਮੀ ਨੇ ਵੀ ਕਿਹਾ ਕਿ ਮੈਂ ਰਵਾਂਗੀ ਉੱਥੇ ਜਿਹੜਾ ਕਮਰਾ ਮੈਨੂੰ ਪਸੰਦ ਆਏਗਾ। ਲక్ష్ਮੀ ਜੀ ਘੁੰਮਦੀ ਹੋਈ ਉਸ ਕਮਰੇ ਤੱਕ ਪਹੁੰਚੀ ਜਿੱਥੇ ਆਪ ਭਗਵਾਨ ਜੀ ਜਾਂ ਉਹ ਸਾਧੂ ਬੈਠਾ, ਆਖਣ ਲੱਗੀ ਇਸੇ ਕਮਰੇ ਤੇ ਰਹਿਣਾ ਹੈ। ਸੇਠ ਨੇ ਸੋਚਿਆ ਇਹ ਸਾਧੂ ਨੇ ਮੈਨੂੰ ਕੀ ਦੇਣਾ ਹੈ, ਆਖਣ ਲੱਗਾ ਤੁਸੀਂ ਨਾਲ ਦੇ ਕਮਰੇ ਦੇ ਸ਼ਿਫਟ ਹੋ ਜਾਓ। ਉਹ ਕਹਿਣ ਲੱਗਾ ਤੂੰ ਮੈਨੂੰ ਬੜੇ ਪਿਆਰ ਨਾਲ ਲੈ ਕੇ ਆਏ, ਹੁਣ ਤੇ ਮੈਂ ਇੱਥੇ ਹੀ ਰਵਾਂਗਾ। ਤੇ ਫਿਰ ਉਸ ਵੇਲੇ
ਸੇਠ ਨੇ ਕਿਹਾ ਜੇ ਰਹਿਣਾ ਤੇ ਰਹਿਣ ਦਾ ਕਮੰਡਲ ਚੁੱਕ ਕੇ ਬਾਹਰ ਸੁੱਟਦੇ ਆ, ਕਿਉਂਕਿ ਇਸ ਕਮਰੇ ਦੇ ਤੇ ਲక్ష్ਮੀ ਜੀ ਰਹਿਣਗੇ। ਉਸ ਵੇਲੇ ਲక్ష్ਮੀ ਹੱਸਦੀ ਆਖਣ ਲੱਗੀ, ਤੈਨੂੰ ਹੁਣ ਵਿਸ਼ਵਾਸ ਹੋ ਗਿਆ, ਇਹ ਜੋ ਕਤਾਰਾਂ ਲੱਗੀਆਂ ਹੋਈਆਂ ਨੇ, ਕਤਾਰਾਂ ਦੇ ਚ ਆ ਕੇ ਮੰਗਦੇ ਮੈਨੂੰ ਹੀ ਨੇ। ਮੈਨੂੰ ਕਹਿਣ ਦੇਣਾ, ਗੁਰੂ ਦੇ ਦਰ ਦੇ ਉੱਪਰ ਆ ਕੇ ਪਦਾਰਥ ਹੀ ਮੰਗਦੇ ਆ, ਦੁਨੀਆ ਦੇ ਸੁੱਖ ਮੰਗਦੇ ਆ, ਕਦੇ ਗੁਰੂ ਨੂੰ ਤੇ ਰੱਬ ਨੂੰ ਤੇ ਮੰਗਿਆ ਹੀ ਨਹੀਂ। ਜੋ ਸਤਿਗੁਰ ਮਹਾਰਾਜ ਪਾਵਨ ਬਾਣੀ ਅੰਦਰ ਆਖਦੇ ਨੇ ਕਿ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ। ਅੱਜ ਬਾਬਾ ਫਰੀਦ ਸਾਹਿਬ ਨੇ ਇਹਨਾਂ ਪਾਵਨ ਸ਼ਲੋਕਾਂ ਅੰਦਰ ਜਿੱਥੇ ਰਹਿਮਤ ਕੀਤੀ, ਉਹ ਆਖਦੇ ਨੇ ਕਿ ਫਰੀਦਾ ਰੱਤੀ ਰਤ ਨਾ ਨਿਕਲੈ, ਜੇ ਤਨ ਚੀਰੈ ਕੋਏ, ਜੋ ਰਤੇ ਜੋ ਤਨ ਰਤੇ, ਰੱਬ ਸਿਉ ਤਿਤਨ ਰਤ ਨਾ ਹੋਏ। ਉਸੇ ਦੀ ਵਿਆਖਿਆ ਧੰਨ ਗੁਰੂ ਅਮਰਦਾਸ ਆਖਦੇ ਨੇ ਕਿ ਇਹ ਤਨ ਸਭੋ ਰਤ ਹੈ। ਇਹ ਤਨ ਜਿਹੜਾ ਹੈ ਰਤ ਹੈ, ਭਾਵ ਕਿ ਸਰੀਰ ਦੇ ਵਿੱਚ ਰਤ ਹੈ। ਰਤ ਬਿਨ ਤਨ ਨਾ ਹੋਏ, ਜੋਸ਼ ਹੈ ਰਤੇ ਆਪਣੇ, ਤਿਤ ਤਨ ਲੋਭ ਰਤ ਨਾ ਹੋਏ। ਉਹਨਾਂ ਦੇ ਚ ਲੋਭ ਦਾ ਰਤ ਨਹੀਂ ਹੈ, ਕਿਉਂ ਭੈ ਪਿਆ ਤਨ ਖੀਣ ਹੋਏ। ਪ੍ਰਭੂ ਦੇ ਨਿਰਮਲ ਭੋਗ ਦੇ ਵਿੱਚ ਲੋਭ ਰੂਪੀ ਜੋ ਤਨ ਹੈ ਉਹ ਖੀਣ ਹੋ ਜਾਂਦਾ ਹੈ ਤੇ ਲੋਭ ਰਤ ਵਿੱਚੋਂ ਜਾਏ। ਜੂ ਬੈਸੰਤਰ ਧਾਤ ਸ਼ੁੱਧ ਹੋਏ, ਜਿਵੇਂ ਅੱਗ ਦੇ ਨਾਲ ਸੋਨਾ ਸ਼ੁੱਧ ਹੋ ਜਾਂਦਾ ਹੈ, ਇਸੇ ਤਰ੍ਹਾਂ ਹਰੀ ਦਾ ਨਿਰਮਲ ਭੋਗ ਦੇ ਵਿੱਚ, ਹਰੀ ਦੀ ਰਜਾ ਦੇ ਵਿੱਚ, ਪ੍ਰਭੂ ਦੇ ਹੁਕਮ ਦੇ ਵਿੱਚ ਦੁਰਮਤ ਮੈਲ ਗਵਾਏ। ਨਾਨਕ ਤੇ ਜਨ ਸੋਹਣੇ, ਹੈ ਨਾਨਕ ਉਹ ਜਨ ਸੋਹਣੇ ਨੇ ਜੋ ਰਤੇ ਹਰ ਰੰਗ ਲਾਏ। ਜਿਨ੍ਹਾਂ ਨੂੰ ਹਰੀ ਦਾ, ਪ੍ਰੇਮ ਦਾ, ਵਾਹਿਗੁਰੂ ਦੇ ਨਾਮ ਦਾ ਰੰਗ ਲੱਗੇ ਆ। ਸਤਿਗੁਰ ਕਿਰਪਾ ਕਰਨ, ਪਾਵਨ ਬਚਨ ਹਿਰਦੇ ਵਸ ਜਾਣ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਫਤਿਹ ਨਾਲ ਸਾਂਝ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।